Good morning, students. Chapter 3 Agriculture in India Importance and Productivity. ਇਹਦੇ ਵਿੱਚ ਬੇਟਾ ਜਿਹੜਾ ਤੁਹਾਡੇ ਸਿਲੇਬਸ ਟੌਪਿਕ ਹੈ ਉਹ ਹੈ ਖੇਤੀ ਦਾ ਮਹੱਤਵ ਅਤੇ ਇਸ ਦੇ ਪਿਛੜੇਪਨ ਦੇ ਕਾਰਨ ਅਤੇ ਸੁਝਾਅ। ਠੀਕ ਹੈ, ਅੱਜ ਆਪਾਂ ਕਰਾਂਗੇ ਖੇਤੀ ਦਾ ਮਹੱਤਵ। ਖੇਤੀ ਤੋਂ ਭਾਵ ਕੀ ਹੈ, ਇਹ ਥੋੜਾ ਮੀਨਿੰਗ ਦੇਖ ਲਓ, 2 ਮਾਰਕਸ ਕਈ ਵਾਰੀ ਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦਾ ਐਗਰੀਕਲਚਰ ਜਿਹੜਾ ਸ਼ਬਦ ਹੈ ਉਹ ਕਿਹਦੇ ਤੋਂ ਬਣਿਆ ਹੈ? ਐਗਰੀ ਅਤੇ ਕਲਚਰ ਤੋਂ। ਠੀਕ ਹੈ, ਵੈਸਟਰਨ ਸ਼ਬਦਕੋਸ਼ ਦੇ ਅਨੁਸਾਰ ਕੀ ਹੈ? ਖੇਤੀ ਇੱਕ ਖੇਤ ਦੇ ਵਿੱਚ ਜਦੋਂ ਅਸੀਂ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਖੇਤੀ ਕਹਿੰਦੇ ਹਨ। ਇੱਕ ਖੇਤ ਦੇ ਵਿੱਚ ਪਸ਼ੂਆਂ ਅਤੇ ਫਸਲਾਂ ਦਾ ਜਿਹੜਾ ਉਤਪਾਦਨ ਹੈ ਉਸ ਨਾਲ ਸੰਬੰਧਿਤ ਜਿਹੜੀ ਕਲਾ ਹੈ ਕਿ ਫਸਲਾਂ ਕਿਵੇਂ ਉਗਾਉਣੀਆਂ, ਪਸ਼ੂ ਕਿਵੇਂ ਪਾਲਣੇ ਹੈ, ਇਹ ਵੀ ਇੱਕ ਕਲਾ ਹੈ। ਇਸ ਕਲਾ ਜਾਂ ਵਿਗਿਆਨ ਨੂੰ ਖੇਤੀ ਕਹਿੰਦੇ ਹਨ। ਐਗਰੀਕਲਚਰ ਇਜ਼ ਦਾ ਆਰਟ ਔਰ ਸਾਇੰਸ। ਕਿਹੜੀ ਸਾਇੰਸ ਹੈ? ਉਹ ਪ੍ਰੋਡਕਸ਼ਨ ਆਫ ਕ੍ਰੋਪਸ ਦੀ ਪ੍ਰੋਡਕਸ਼ਨ ਐਂਡ ਲਾਈਵ ਸਟਾਕ ਔਨ ਅ ਫਾਰਮ। ਹੁਣ ਦੇਖੋ ਇੰਪੋਰਟੈਂਸ ਆਫ ਐਗਰੀਕਲਚਰ, ਵੈਸੇ ਤੁਹਾਨੂੰ ਸਭ ਨੂੰ ਨੌਲੇਜ ਹੋਣੀ ਚਾਹੀਦੀ ਹੈ ਇੰਨੀ ਕਿ ਇੰਪੋਰਟੈਂਸ ਕੀ ਹੈ ਆਪਣੀ ਇਕੋਨਮੀ ਦੇ ਵਿੱਚ ਐਗਰੀਕਲਚਰ ਦੀ। ਫਰਸਟ ਪੁਆਇੰਟ ਹੈ ਰਾਸ਼ਟਰੀ ਆਮਦਨ ਵਿੱਚ ਯੋਗਦਾਨ, ਕੰਟਰੀਬਿਊਸ਼ਨ ਟੂ ਨੈਸ਼ਨਲ ਇਨਕਮ। ਯੋਜਨਾ ਕਾਲ ਵਿੱਚ ਰਾਸ਼ਟਰੀ ਆਮਦਨ ਵਿੱਚ ਖੇਤੀ ਖੇਤਰ ਵਿੱਚ ਵੱਖ-ਵੱਖ ਸਾਲਾਂ ਵਿੱਚ ਅਲੱਗ-ਅਲੱਗ ਕੰਟਰੀਬਿਊਸ਼ਨ ਰਿਹਾ ਹੈ। ਸਟਾਰਟਿੰਗ ਵਿੱਚ 1950-51 ਦੀ ਗੱਲ ਕਰੀਏ ਤਾਂ ਖੇਤੀ ਖੇਤਰ ਦਾ ਜਿਹੜਾ ਯੋਗਦਾਨ ਸੀ ਉਹ 61% ਸੀ, ਜੋ ਕਿ 2015-16 ਵਿੱਚ ਘਟ ਕੇ ਕਿੰਨਾ ਹੋ ਗਿਆ? 15.3%। ਇੱਥੋਂ ਕੀ ਸ਼ੋ ਹੋ ਰਿਹਾ ਕਿ ਐਗਰੀਕਲਚਰ ਦਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਦਿਨੋਂ ਦਿਨ ਆਪਣੀ ਇਕੋਨਮੀ ਦੇ ਵਿੱਚ ਘਟਦਾ ਜਾ ਰਿਹਾ ਹੈ। ਸੈਕਿੰਡ, ਮਜ਼ਦੂਰੀ ਪਦਾਰਥਾਂ ਦੀ ਪੂਰਤੀ, ਸਪਲਾਈ ਆਫ ਵੇਜ ਗੁੱਡ। ਮਜ਼ਦੂਰ ਪਦਾਰਥ ਕਿਹੜੇ ਹੁੰਦੇ ਆ? ਜਿਹੜੇ ਕਿ ਜੀਵਨ ਯੋਗ ਜ਼ਰੂਰਤਾਂ ਨੂੰ ਸੰਤੁਸ਼ਟ ਕਰਦੇ ਆ, ਲਾਈਕ ਕਣਕ, ਚਾਵਲ, ਦਾਲਾਂ, ਮੱਕੀ, ਬਾਜਰਾ, ਤਿਲਹਨ ਆਦਿ। ਇਹ ਸਾਰੇ ਕੀ ਹੈ? ਮਜ਼ਦੂਰੀ ਪਦਾਰਥ। ਇਹਨਾਂ ਦੀ ਪੂਰਤੀ ਕੌਣ ਕਰਦੀ ਹੈ? ਐਗਰੀਕਲਚਰ। ਨੈਕਸਟ, ਰੁਜ਼ਗਾਰ ਵਿੱਚ ਵਾਧਾ। 2011-12 ਵਿੱਚ ਕਹਿੰਦਾ 48.9 ਲਗਭਗ 50% ਜਿਹੜੀ ਜਨਸੰਖਿਆ ਸੀ ਉਹ ਖੇਤੀ ਖੇਤਰ ਤੋਂ ਆਪਣਾ ਰੁਜ਼ਗਾਰ ਪ੍ਰਾਪਤ ਕਰ ਰਹੀ ਸੀ ਤੇ 49 ਜਿਹੜੀ ਸੀ ਉਹ ਹੋਰ ਖੇਤਰਾਂ ਵਿੱਚ ਲੱਗੀ ਹੋਈ ਸੀ। ਠੀਕ ਹੈ, ਜੋ ਕਿ ਸਾਡੇ ਅਲਪ ਵਿਕਾਸ ਦਾ ਇੱਕ ਸੂਚਕ ਹੈ। ਕਿਉਂ? ਕਿਉਂਕਿ ਜਿੰਨੀ ਸਾਡੀ ਐਗਰੀਕਲਚਰ ਤੇ ਡਿਪੈਂਡੈਂਸ ਜ਼ਿਆਦਾ ਹੋਏਗੀ ਉਨੀ ਤੇਜ਼ੀ ਨਾਲ ਅਸੀਂ ਗਰੋਥ ਨਹੀਂ ਕਰ ਪਾਵਾਂਗੇ। ਨੈਕਸਟ, ਖੇਤੀ ਅਤੇ ਉਦਯੋਗ। ਹਰੇਕ ਕਹਿੰਦੇ ਕਿ ਖੇਤੀ ਤੇ ਉਦਯੋਗ ਦੋਨੋਂ ਜੁੜੇ ਹੋਏ ਹੈ। ਜੇ ਤੁਸੀਂ ਕਿਸੇ ਦੇਸ਼ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਕਰਨੀ ਹੈ ਤਾਂ ਐਗਰੀਕਲਚਰ ਦੀ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ। ਫੋਰ ਐਗਜ਼ਾਮਪਲ, ਜੇ ਅਸੀਂ ਕਿਤੇ ਨਵੇਂ ਉਦਯੋਗ ਲਗਾਏ, ਜਿਵੇਂ ਕਿ ਫਸਟ ਪੁਆਇੰਟ 'ਚ ਨੇ ਲਿਖਿਆ, ਤਾਂ ਉਦਯੋਗਾਂ ਨੂੰ ਕੀ ਚਾਹੀਦਾ ਹੈ? ਕੱਚਾ ਮਾਲ, ਕਪਾਹ, ਜੂਟ, ਗੰਨਾ, ਤਿਲਹਨ। ਇਹ ਸਾਨੂੰ ਕਿੱਥੋਂ ਮਿਲਦਾ ਹੈ? ਖੇਤੀ ਤੋਂ। ਜੇ ਖੇਤੀ ਡਿਵੈਲਪ ਹੋਏਗੀ ਤਾਂ ਇੰਡਸਟਰੀਜ਼ ਨੂੰ ਸਾਰਾ ਕੁਝ ਮਿਲੇਗਾ। ਅਤੇ ਕੁਟੀਰ ਅਤੇ ਲਘੂ ਉਦਯੋਗ ਵਿੱਚ ਜਿਵੇਂ ਬੁਨਾਈ, ਤੇਲ ਕੱਢਣਾ, ਰੱਸੀ ਬਣਾਉਣਾ, ਇਹ ਸਾਰੇ ਕਿੱਥੋਂ ਲੈਂਦੇ ਆਪਣਾ ਕੱਚਾ ਮਾਲ? ਖੇਤੀ ਤੋਂ। ਇਸ ਕਰਕੇ ਉਦਯੋਗਾਂ ਨੂੰ ਜੇ ਡਿਵੈਲਪ ਕਰਨਾ ਹੈ ਤਾਂ ਸਾਨੂੰ ਉਹਦੀ ਬੇਸਿਕ ਨੀਡ ਕੀ ਹੈ? ਸਾਡੀ ਐਗਰੀਕਲਚਰ ਨੂੰ ਡਿਵੈਲਪ ਕਰਨਾ। ਸੈਕਿੰਡ, ਖੇਤੀ ਦੇ ਵਿਕਾਸ ਜੇ ਹੋਏਗਾ, ਖੇਤੀ ਦੇ ਵਿਕਾਸ ਦੇ ਕਾਰਨ ਲੋਕਾਂ ਦੀ ਆਮਦਨ 'ਚ ਵਾਧਾ ਆਏਗਾ। ਜੇ ਲੋਕ ਖੇਤੀ ਤੋਂ ਆਪਣੀ ਆਮਦਨ ਪ੍ਰਾਪਤ ਕਰਨਗੇ, ਉਹ ਆਮਦਨ ਨੂੰ ਕਿੱਥੇ ਖਰਚ ਕਰਨਗੇ? ਉਦਯੋਗਾਂ ਦੇ ਬਣਾਏ ਹੋਏ, ਜੋ ਉਦਯੋਗਾਂ ਦੇ ਨਿਰਮਿਤ ਹੋਏ ਪਦਾਰਥ ਉਹਨਾਂ ਦੀ ਡਿਮਾਂਡ ਕਰਨਗੇ। ਜਦੋਂ ਉਹਨਾਂ ਦੀ ਡਿਮਾਂਡ ਕਰਨਗੇ, ਉਦਯੋਗਾਂ ਦੇ ਪਦਾਰਥਾਂ ਦੀ ਮੰਗ ਵਧੇਗੀ। ਮੰਗ ਵਧਣ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਨੈਚੁਰਲ ਪ੍ਰੋਡਕਸ਼ਨ ਇਨਕਰੀਜ਼ ਹੋਏਗੀ ਤਾਂ ਰੁਜ਼ਗਾਰ ਮਿਲੇਗਾ, ਆਮਦਨ ਵਧੇਗੀ ਤੇ ਗਰੀਬੀ ਦੇ ਕੁਚੱਕਰ ਤੋਂ ਅਸੀਂ ਬਾਹਰ ਆ ਸਕਦੇ ਹਾਂ। ਇਸ ਤਰ੍ਹਾਂ ਖੇਤੀ ਤੇ ਉਦਯੋਗ ਦੋਨੋਂ ਆਪਸ ਵਿੱਚ ਜੁੜੇ ਹੋਏ ਹੈ। ਜੇ ਅਸੀਂ ਕਿਸੇ ਕੰਟਰੀ ਦੇ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਕਰਨਾ ਚਾਹੁੰਦੇ ਹਾਂ ਤੇ ਸਾਡੀ ਸਭ ਤੋਂ ਮੁੱਢਲੀ ਜ਼ਰੂਰਤ ਕੀ ਹੈ? ਕਿ ਸਾਨੂੰ ਖੇਤੀ ਦਾ ਵਿਕਾਸ ਕਰਨਾ ਪਵੇਗਾ। ਥਰਡ ਕੀ ਕਹਿੰਦਾ? ਉਦਯੋਗਿਕ ਵਿਕਾਸ ਦੇ ਕਾਰਨ ਲੋਕਾਂ ਦੀ ਜਿਹੜੀ ਆਮਦਨ ਵੱਧਦੀ ਹੈ, ਵਧਣ ਦੇ ਕਾਰਨ ਅਨਾਜ ਵਿੱਚ ਵੀ ਵਾਧਾ ਹੋਏਗਾ। ਹੁਣ ਦੇਖੋ, ਜਿਹੜੇ ਇੰਡਸਟਰੀਜ਼ 'ਚ ਲੱਗੇ ਆ ਉਹਨਾਂ ਦੀ ਇਨਕਮ ਵਧੀ, ਇਨਕਮ ਵਧਣ ਤੋਂ ਕਿੱਥੇ ਖਰਚ ਕਰੂਗੇ? ਅਨਾਜ ਖਰੀਦੂਗੇ। ਇਸ ਕਰਕੇ ਅਨਾਜ ਦਾ ਹੋਣਾ ਵੀ ਜ਼ਰੂਰੀ ਹੈ। ਨੈਕਸਟ, ਖੇਤੀ ਅਤੇ ਵਿਦੇਸ਼ੀ ਵਪਾਰ। ਤੁਹਾਨੂੰ ਪਤਾ ਹੀ ਹੈ ਚਾਹ, ਕੌਫੀ ਹੋ ਗਈ, ਜਿਵੇਂ ਖਲ, ਤੰਬਾਕੂ, ਮਸਾਲੇ, ਜੂਟ ਆਦਿ ਦਾ ਯੋਗਦਾਨ ਬਹੁਤ ਯੋਗਦਾਨ ਹੈ। ਕਾਹਦੇ ਵਿੱਚ? ਦੇਸ਼ ਦੇ ਨਿਰਯਾਤ ਵਿੱਚ। 14-15 ਵਿੱਚ ਇਹਨਾਂ ਦਾ ਕਿੰਨਾ ਯੋਗਦਾਨ ਸੀ? 12.7। ਤੇ ਦੇਸ਼ ਵਿੱਚ ਜਿਹੜੀ ਚੀਜ਼ ਦੀ ਕਮੀ ਹੈ, ਠੀਕ ਹੈ, ਉਹਦਾ ਅਸੀਂ ਆਯਾਤ ਕਰਦੇ ਹਾਂ। ਉਹਦੇ ਨਾਲ ਕੀ ਹੈ? ਸਾਡਾ ਭੁਗਤਾਨ ਸੰਤੁਲਨ ਪ੍ਰਤੀਕੂਲ ਹੋ ਜਾਂਦਾ ਹੈ। ਆਯਾਤ ਕਰਨ ਦੀ ਬਜਾਏ ਸਾਨੂੰ ਜੇ ਖੇਤੀ ਤੇ ਆਪਾਂ ਜ਼ਿਆਦਾ ਸਟ੍ਰੈਸ ਦੇ ਲਈਏ, ਉਹੀ ਚੀਜ਼ਾਂ ਦਾ ਆਪਣੇ ਦੇਸ਼ ਵਿੱਚ ਪ੍ਰੋਡਕਸ਼ਨ ਵਧਾ ਦਈਏ, ਉਤਪਾਦਨ ਵਧਾ ਦਈਏ, ਤਾਂ ਸਾਡੇ ਆਯਾਤ ਘਟ ਜਾਣਗੇ।
ਅੰਦਰੂਨੀ ਵਪਾਰ ਵਿੱਚ ਭੂਮਿਕਾ ਕਹਿੰਦੇ 2009-10 ਦੀ ਇੱਕ ਰਿਪੋਰਟ ਆਈ ਸੀ, ਉਹਦੇ ਵਿੱਚ ਪੇਂਡੂ ਖੇਤਰਾਂ ਵਿੱਚ ਲੋਕ ਆਪਣੀ 57% ਜਿਹੜੀ ਇਨਕਮ ਹੈ ਪੇਂਡੂ ਖੇਤਰਾਂ 'ਚ ਤੇ ਸ਼ਹਿਰੀ ਖੇਤਰਾਂ ਵਿੱਚ 44% ਜਿਹੜੇ ਹੈ ਉਹ ਭੋਜਨ ਤੇ ਖਰਚ ਕਰਦੇ ਆ। ਇਸ ਕਰਕੇ ਜੇ ਇੰਨੀ ਇਨਕਮ ਭੋਜਨ ਤੇ ਖਰਚ ਹੋ ਰਹੀ ਹੈ, ਇਹਦਾ ਮਤਲਬ ਦੇਸ਼ ਦਾ ਜਿਹੜਾ ਅੰਦਰੂਨੀ ਵਪਾਰ ਹੈ ਉਹਦੇ ਵਿੱਚ ਤਾਂ ਐਗਰੀਕਲਚਰ ਬਹੁਤ ਇੰਪੋਰਟੈਂਸ ਰੱਖਦੀ ਹੈ। ਜਿੰਨੀ ਐਗਰੀਕਲਚਰ ਜ਼ਿਆਦਾ ਹੋਗੀ ਲੋਕ ਉਹਦੇ ਪੈਸਾ ਖਰਚ ਕਰੂਗੇ। ਪੈਸਾ ਖਰਚ ਕਰਨ ਦਾ ਮਤਲਬ ਹੈ ਇਨਕਮ ਹੋਣੀ। ਇਨਕਮ ਹੋਊਗੀ ਤਾਂ ਦੁਬਾਰਾ ਫਾਰਮਰਸ ਇਨਵੈਸਟ ਕਰਨ ਵਾਸਤੇ ਵੀ ਸੋਚੂਗੇ। ਇਨਵੈਸਟਮੈਂਟ ਹੋਊਗੀ, ਪੂੰਜੀ ਨਿਰਮਾਣ ਹੋਏਗਾ। ਪੂੰਜੀ ਨਿਰਮਾਣ ਹੋਣ ਨਾਲ ਆਪਣੀ ਪੂਰੀ ਇਕੋਨਮੀ ਗਰੋਥ ਵੱਲ ਜਾਏਗੀ। ਖੇਤੀ ਅਤੇ ਆਵਾਜਾਈ, ਹੁਣ ਕਹਿੰਦੇ ਜਦੋਂ ਹਰੀ ਕ੍ਰਾਂਤੀ ਆਈ ਉਹ ਕੁਝ ਕੁ ਸਟੇਟਸ ਵਿੱਚ ਆਈ, ਜਿਵੇਂ ਪੰਜਾਬ ਹੋ ਗਿਆ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਠੀਕ ਹੈ। ਫਿਰ ਇੱਕ ਥਾਂ ਤੋਂ ਇਹਨਾਂ 'ਚ ਉਤਪਾਦਨ ਆਤਮ ਨਿਰਭਰਤਾ ਤੋਂ ਵੱਧ ਗਿਆ। ਇੰਨਾ ਜ਼ਿਆਦਾ ਪ੍ਰੋਡਕਸ਼ਨ ਹੋਣ ਲੱਗ ਗਿਆ ਕਿ ਅਸੀਂ ਹੁਣ ਹੋਰ ਸਟੇਟਸ ਨੂੰ ਵੀ ਦੇਣ ਦੇ ਏਬਲ ਹੋ ਗਏ। ਇਹਦੇ ਨਾਲ ਕੀ ਹੋਇਆ ਕਿ ਜਿਹੜੇ ਆਵਾਜਾਈ ਦੇ ਸਾਧਨ ਸੀ ਉਹ ਵੀ ਡਿਵੈਲਪ ਹੋ ਗਏ। ਜਿਵੇਂ ਮੰਨ ਲਓ ਪੰਜਾਬ ਦੇ ਵਿੱਚ ਕਣਕ ਦੀ ਮਾਤਰਾ ਬਹੁਤ ਤੇਜ਼ੀ ਨਾਲ ਵਧੀ, ਤੇ ਜੇ ਕਿਸੇ ਹੋਰ ਸਟੇਟ ਨੂੰ ਚਾਹੀਦੀ ਹੈ ਉੱਥੇ ਪਹੁੰਚਾਉਣ ਲਈ ਸਾਨੂੰ ਆਵਾਜਾਈ ਦੇ ਸਾਧਨ ਚਾਹੀਦੇ ਸੀ, ਤੇ ਇਸ ਤਰ੍ਹਾਂ ਆਵਾਜਾਈ ਵੀ ਖੇਤੀ ਦੇ ਨਾਲ ਨਾਲ ਡਿਵੈਲਪ ਹੋਈ। ਨੈਕਸਟ ਆ ਗਿਆ ਸਰਕਾਰ ਨੂੰ ਆਮਦਨ। ਕਹਿੰਦਾ ਰਾਜ ਸਰਕਾਰ ਆਪਣੀ ਆਮਦਨ ਦਾ ਕਾਫੀ ਹਿੱਸਾ ਜਿਹੜੀ ਹੈ ਉਹ ਐਗਰੀਕਲਚਰ ਤੋਂ ਪ੍ਰਾਪਤ ਕਰਦੀ ਹੈ, ਜਿਵੇਂ ਕਿ ਮਾਲਗੁਜ਼ਾਰੀ ਟੈਕਸ ਹੋ ਗਿਆ, ਸਿੰਚਾਈ ਕਰ ਹੋ ਗਿਆ, ਖੇਤੀ ਆਮਦਨ ਕਰ ਹੋ ਗਿਆ, ਤੰਬਾਕੂ, ਚਾਹ, ਕੌਫੀ, ਇਹਨਾਂ ਦੇ ਉੱਤੇ ਜਿਹੜੇ ਟੈਕਸ ਲੱਗਦੇ ਉਹ ਕਿਹਦੀ ਇਨਕਮ ਬਣ ਰਹੀ ਹੈ? ਉਹ ਸਟੇਟ ਗਵਰਨਮੈਂਟ ਦੀ ਇਨਕਮ ਬਣ ਰਹੀ ਹੈ। ਤੇ ਇਸ ਇਨਕਮ ਨੂੰ ਉਹ ਕਿੱਥੇ ਖਰਚ ਕਰਦੇ ਹੈ? ਭਲਾਈ ਦੇ ਕੰਮਾਂ 'ਚ, ਸਰਵਜਨਕ ਭਲਾਈ ਦੇ ਕੰਮਾਂ 'ਚ, ਗਵਰਨਮੈਂਟ ਸਕੂਲ, ਗਵਰਨਮੈਂਟ ਕਾਲਜ, ਗਵਰਨਮੈਂਟ ਹਸਪੀਟਲ, ਸੜਕਾਂ, ਰੇਲਵੇ, ਪੁਲ, ਇਹ ਸਾਰੇ ਕਿਤੇ ਜੋ ਖਰਚਾ ਹੁੰਦਾ ਹੈ ਸਰਕਾਰ ਦੀ ਆਮਦਨ ਵਿੱਚੋਂ ਹੁੰਦਾ, ਤੇ ਸਰਕਾਰ ਦੀ ਆਮਦਨ ਖੇਤੀ ਤੋਂ ਬਹੁਤ ਹੁੰਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਪੂੰਜੀ ਨਿਰਮਾਣ। ਨੈਚੁਰਲੀ ਹੈ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਸਾਡੇ ਦੇਸ਼ ਵਿੱਚ ਵਾਧੂ ਪੂੰਜੀ ਖੇਤੀ ਵਿੱਚ ਲੱਗੀ ਹੋਈ ਹੈ। ਜਦੋਂ ਖੇਤੀ ਵਿੱਚੋਂ ਇਨਕਮ ਜ਼ਿਆਦਾ ਹੁੰਦੀ ਹੈ ਤਾਂ ਫਾਰਮਰਸ ਉਹਨੂੰ ਇਨਵੈਸਟਮੈਂਟ ਕਰਦੇ ਹੈ। ਇਨਵੈਸਟਮੈਂਟ ਦੇ ਨਾਲ ਪੂੰਜੀ ਨਿਰਮਾਣ ਹੁੰਦਾ ਹੈ। ਪੂੰਜੀ ਨਿਰਮਾਣ ਹੋਏਗਾ ਤਾਂ ਉਦਯੋਗਾਂ ਵਿੱਚ ਉਤਪਾਦਨ ਜ਼ਿਆਦਾ ਹੋਏਗਾ। ਉਤਪਾਦਨ ਜ਼ਿਆਦਾ ਹੋਏਗਾ, ਬੇਰੁਜ਼ਗਾਰੀ ਘਟੇਗੀ, ਠੀਕ ਹੈ। ਇਹ ਸਾਰਾ ਕੁਝ ਖੇਤੀ ਤੇ ਹੀ ਨਿਰਭਰ ਕਰਦਾ ਹੈ। ਬੱਚਤ ਦਾ ਸੋਮਾ, ਹਰੀ ਕ੍ਰਾਂਤੀ ਬਾਅਦ ਖੇਤੀ ਬਚਤ ਦਾ ਮਹੱਤਵਪੂਰਨ ਸੋਮਾ ਹੋ ਗਿਆ। ਹੁਣ ਤੱਕ ਹਰੀ ਕ੍ਰਾਂਤੀ ਦਾ ਚੰਗਾ ਅਸਰ ਸਿਰਫ ਅਮੀਰ ਕਿਸਾਨਾਂ ਤੇ ਹੋਇਆ। ਦੇਖੋ ਜਿਹੜੀ ਹਰੀ ਕ੍ਰਾਂਤੀ ਹੈ ਨਾ, ਇਹਦੇ ਨਾਲ ਅਮੀਰ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਜੇਕਰ ਇਸ ਫਾਇਦੇ ਨੂੰ ਅਮੀਰ ਕਿਸਾਨ ਜਿਹੜੇ ਹੈ ਦੁਬਾਰਾ ਨਿਵੇਸ਼ ਕਰਨ, ਛੋਟੇ ਮੋਟੇ ਉਦਯੋਗਾਂ 'ਚ ਕਰ ਦੇਣ, ਜਾਂ ਐਗਰੀਕਲਚਰ ਤੇ ਦੁਬਾਰਾ ਕਰ ਦੇਣ, ਤਾਂ ਰੁਜ਼ਗਾਰ ਬਹੁਤ ਤੇਜ਼ੀ ਨਾਲ ਵਧੇਗਾ। ਆਪਾਂ ਕੱਲ੍ਹ ਵਾਲੇ ਚੈਪਟਰ 'ਚ ਵੀ ਪੜ੍ਹ ਰਹੇ ਸੀ ਕਿ ਆਪਣੇ ਦੇਸ਼ ਵਿੱਚ ਅਸਮਾਨਤਾ ਬਹੁਤ ਹੈ। ਅਸਮਾਨਤਾ ਤਾਂ ਅਮਰੀਕਾ, USA, ਜਾਪਾਨ 'ਚ ਵੀ ਬਹੁਤ ਸੀ। ਅਮੀਰ ਉੱਥੇ ਵੀ ਅਮੀਰ ਜ਼ਿਆਦਾ ਹੋ ਰਹੇ ਸੀ, ਗਰੀਬ ਸੀਗੇ। ਬਟ ਉਹਨਾਂ ਨੇ ਅਸਮਾਨਤਾ ਕਿਵੇਂ ਦੂਰ ਕੀਤੀ ਕਿ ਜਿਹੜੇ ਲੋਕਾਂ ਕੋਲ ਉੱਥੇ ਪੈਸਾ ਸੀ ਉਹਨਾਂ ਨੇ ਨਿਵੇਸ਼ ਕੀਤਾ, ਜਿਹਦੇ ਨਾਲ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ, ਉਹਨਾਂ ਦੀ ਆਮਦਨ ਵਧੀ, ਉਹਨਾਂ ਦਾ ਲਿਵਿੰਗ ਸਟੈਂਡਰਡ ਉੱਚਾ ਹੋਇਆ। ਉਹਦੇ ਨਾਲ ਕੀ ਹੋਇਆ ਕਿ ਉਹਨਾਂ ਦਾ ਜਿਹੜਾ ਅਮੀਰ ਤੇ ਗਰੀਬ ਦਾ ਪਾਲਾ ਸੀ ਉਹ ਘਟ ਗਿਆ। ਉਹਨਾਂ ਦਾ ਅਮੀਰ ਗਰੀਬ ਦਾ ਡਿਫਰੈਂਸ ਜਿਹੜਾ ਘਟਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਜੇ ਇੰਡੀਆ ਦੇ ਵਿੱਚ ਵੀ ਜਿਹੜੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਦਾ ਫਾਇਦਾ ਹੋਇਆ, ਉਹ ਜਿਹੜੀ ਆਪਣੀ ਵਧੀ ਹੋਈ ਆਮਦਨ ਹੈ ਉਹਨੂੰ ਨਿਵੇਸ਼ ਕਰਨ, ਉਹਦੇ ਨਾਲ ਹੋਰ ਇੰਪਲੋਇਮੈਂਟ ਜਨਰੇਟ ਕਰਨ, ਇਨਕਮ ਜਨਰੇਟ ਕਰਨ, ਤੇ ਉਹਦੇ ਨਾਲ ਕੀ ਹੋਏਗਾ, ਸਾਡੀ ਇਕੋਨਮੀ ਬਹੁਤ ਤੇਜ਼ੀ ਨਾਲ ਗਰੋਥ ਕਰੇਗੀ। ਨੈਕਸਟ ਆ ਗਿਆ ਆਰਥਿਕ ਵਿਕਾਸ ਦਾ ਆਧਾਰ। ਭਾਰਤ ਦੀ ਖੇਤੀ ਦੇਸ਼ ਦੇ ਆਰਥਿਕ ਵਿਕਾਸ ਦਾ ਆਧਾਰ ਹੈ। ਇਸ ਦਾ ਕਾਰਨ ਹੈ, ਇੱਕ ਤਾਂ ਖੇਤੀ ਖੇਤਰ ਦੇ ਵਿਕਾਸ ਲਈ ਪੂੰਜੀ ਪ੍ਰਾਪਤ ਹੋ ਸਕੇਗੀ, ਦੂਜਾ ਖੇਤੀ ਦੇ ਵਿਕਾਸ ਲਈ ਘੱਟ ਪੂੰਜੀ ਅਤੇ ਘੱਟ ਵਿਦੇਸ਼ੀ ਮੁਦਰਾ ਦੀ ਲੋੜ ਹੁੰਦੀ ਹੈ। ਇਹਦੇ ਲਈ ਘੱਟ ਪੂੰਜੀ ਨਾਲ ਹੀ ਗੁਜ਼ਾਰਾ ਹੋ ਜਾਂਦਾ ਹੈ। ਸਾਨੂੰ ਵਿਦੇਸ਼ਾਂ ਤੋਂ ਵੀ ਪੂੰਜੀ ਦੀ ਲੋੜ ਨਹੀਂ ਹੈ, ਸਾਨੂੰ ਕਰਜ਼ੇ ਚੱਕਣ ਦੀ ਵੀ ਲੋੜ ਨਹੀਂ ਹੈ। ਸੋਸ਼ਲ ਐਂਡ ਪੋਲੀਟੀਕਲ ਇੰਪੋਰਟੈਂਸ, ਖੇਤੀ ਦੇ ਵਿਕਾਸ ਵਿੱਚ ਸਮਾਜਿਕ ਅਤੇ ਰਾਜਨੀਤਿਕ ਮਹੱਤਵ ਵੀ ਹੈ। ਖੇਤੀ ਦੇ ਵਿਕਾਸ ਨਾਲ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਖੇਤੀ ਵਿੱਚ ਲੱਗੇ ਲੋਕ ਰਾਸ਼ਟਰੀ ਕਾਰਜ ਕੰਮਾਂ ਅਤੇ ਵਿਕਾਸ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਹੁਣ ਜਿਹੜੇ ਰਾਜਨੀਤਿਕ ਦਲ ਹੈ ਉਹ ਖੇਤੀ ਦੇ ਕਈ ਤਰ੍ਹਾਂ ਦੇ ਲਾਲਚ ਦਿੰਦੇ ਆ ਕਿਸਾਨਾਂ ਨੂੰ, ਅਸੀਂ ਆਹ ਕਰਾਂਗੇ। ਕਿਉਂ? ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ। ਇਹਦੇ ਨਾਲ ਸਾਡੀ ਐਗਰੀਕਲਚਰ ਵੀ ਹੌਲੀ ਹੌਲੀ ਡਿਵੈਲਪ ਹੁੰਦੀ ਜਾਂਦੀ ਹੈ। ਅੰਤਰਰਾਸ਼ਟਰੀ ਮਹੱਤਵ ਤਾਂ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਇਹਦੇ ਐਗਜ਼ਾਮਪਲ ਦਿੱਤੀ ਹੈ, ਚੌਲ, ਕਣਕ, ਚੀਨੀ, ਫਲਾਂ, ਸਬਜ਼ੀਆਂ ਦੇ ਵਿੱਚ ਉਤਪਾਦਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੰਡੀਆ ਦਾ
ਪਹਿਲਾ ਨੰਬਰ ਹੈ, ਆਲੂ ਦੇ ਉਤਪਾਦਨ ਦੇ ਵਿੱਚ 6ਵਾਂ ਹੈ, ਲਾਖ ਦੇ ਉਤਪਾਦਨ ਵਿੱਚ ਭਾਰਤ ਵਿੱਚ ਏਕਾਧਿਕਾਰ ਹੈ। ਮਤਲਬ ਹੋਰ ਕੋਈ ਕੰਟਰੀ ਲਾਖ ਦਾ ਉਤਪਾਦਨ ਹੀ ਨਹੀਂ ਕਰਦੀ, ਹੈ ਨਾ। ਜੇ ਇੰਨਾ ਕੁਛ ਬੈਨੀਫਿਟ ਹੈਗੇ ਹੈ ਅੰਤਰਰਾਸ਼ਟਰੀ ਵਪਾਰ ਦੇ ਵਿੱਚ, ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੀਆਂ ਜਿਹੜੇ ਹੋਰ ਕੰਟਰੀਜ਼ ਹੈ ਉਹਨਾਂ ਨਾਲ ਸਾਡਾ ਜਿਹੜਾ ਰਿਲੇਸ਼ਨ ਆ ਉਹ ਵਧੀਆ ਹੁੰਦਾ ਹੈ। ਇੱਕ ਤਾਂ ਵਪਾਰ ਕਰਾਂਗੇ, ਸਾਨੂੰ ਫੋਰਨ ਕਰੰਸੀ ਮਿਲੂਗੀ, ਪੈਸਾ ਮਿਲੂਗਾ, ਸਾਡੇ ਦੇਸ਼ ਦੀ ਆਮਦਨ ਵਧੂਗੀ। ਜਿਹੜਾ ਅਸੀਂ ਚੀਜ਼ ਦਾ ਨਿਰਯਾਤ ਕਰ ਰਹੇ ਹਾਂ ਉਹਦਾ ਉਦਯੋਗ ਲਗਾਵਾਂਗੇ, ਦੇਸ਼ ਦੇ ਅੰਦਰ ਵੀ ਲੋਕਾਂ ਨੂੰ ਇਨਕਮ ਵਧੇਗੀ, ਉਹਨਾਂ ਦਾ ਲਿਵਿੰਗ ਸਟੈਂਡਰਡ ਉੱਚਾ ਹੋਏਗਾ। ਦੇਖੋ ਕਿੰਨੇ ਫਾਇਦੇ ਹੈ, ਰੁਜ਼ਗਾਰ ਵੱਧ ਗਿਆ। ਦੂਜਾ, ਅਸੀਂ ਜਿਹੜੀ ਕੰਟਰੀ ਨਾਲ ਵਪਾਰ ਕੀਤਾ ਸਾਨੂੰ ਫੋਰਨ ਕਰੰਸੀ ਮਿਲ ਗਈ। ਥਰਡਲੀ, ਸਾਡੇ ਬਾਕੀ ਕੰਟਰੀਜ਼ ਦੇ ਨਾਲ ਰਿਲੇਸ਼ਨ ਜਿਹੜੇ ਆ ਸਮੂਥ ਹੁੰਦੇ ਆ। ਜਿਹੜੇ ਹਰ ਟਾਈਮ ਆਪਾਂ ਨੂੰ ਯੁੱਧ ਦਾ ਡਰ ਲੱਗਿਆ ਰਹਿੰਦਾ ਹੈ, ਠੀਕ ਹੈ, ਉਹ ਵੀ ਥੋੜ੍ਹੀ ਆਪਣੀ ਟੈਨਸ਼ਨ ਜਿਹੜੀ ਹੈ ਘਟਦੀ ਹੈ। ਇਸ ਕਰਕੇ ਅੰਤਰਰਾਸ਼ਟਰੀ ਵਪਾਰ ਵਿੱਚ ਵੀ ਖੇਤੀ ਦਾ ਬਹੁਤ ਵੱਡਾ ਯੋਗਦਾਨ। ਇਹ ਕੀ ਸੀ ਆਪਾਂ ਅੱਜ ਕੁਐਸਚਨ ਕੀਤਾ, ਖੇਤੀ ਦਾ ਭਾਰਤੀ ਅਰਥ ਵਿਵਸਥਾ ਵਿੱਚ ਯੋਗਦਾਨ। ਇਹ ਸਾਰੇ ਕੁਐਸਚਨ ਬੇਟਾ ਲਿਖ ਕੇ ਆਪਣੇ ਨੋਟਸ ਤਿਆਰ ਕਰੋ, ਤਿਆਰ ਕਰਕੇ ਮੈਨੂੰ ਗਰੁੱਪ ਵਿੱਚ ਸੈਂਡ ਵੀ ਕਰਿਆ ਕਰੋ। ਥੈਂਕ ਯੂ।